ਓਸ਼ੋ ਦੇ ਲੈਕਚਰ। ਕਬੀਰ ਕਹਿ ਰਹੇ ਹਨ, ਘਰ ਘਰ 'ਚ ਜਗ ਰਿਹਾ ਹੈ ਉਸ ਦਾ ਦੀਵਾ, ਘਰ ਘਰ 'ਚ ਉਸੇ ਦਾ ਨੂਰ ਹੈ, ਘਰ ਘਰ ਯਾਨੀ ਸਰੀਰ ਸਰੀਰ 'ਚ ਜਗ ਰਹੀ ਹੈ ਉਹਦੀ ਜੋਤ। ਬਹੁਤ ਮਜ਼ੇ ਦੀ ਗੱਲ ਹੈ। ਫਿਰ ਵੀ ਤੁਹਾਨੂੰ ਵਿਖਾਈ ਨਹੀਂ ਪੈਂਦੀ। ਕਿਹੋ ਜਿਹੇ ਅੰਨੇ ਹੋ? ਤੇ ਅੰਨਾਪਣ ਵੀ ਸਧਾਰਨ ਅੰਨਾਪਣ ਨਹੀਂ ਹੈ। ਇਹ ਅੰਨਾਪਣ ਅਜਿਹਾ ਨਹੀਂ ਹੈ ਕਿ ਅੱਖਾਂ ਤੁਹਾਡੇ ਕੋਲ ਨਾ ਹੋਣ। ਤੁਸੀਂ ਬਣੇ ਹੋਏ ਅੰਨੇ ਹੋ। ਅੱਖਾਂ ਤੁਹਾਡੇ ਕੋਲ ਹਨ, ਬੰਦ ਕਰੀ ਬੈਠੇ ਹੋ। ਅੰਨੇ ਵੀ ਹੁੰਦੇ ਤਾਂ ਮਾਫੀ ਯੋਗ ਸੀ। ਕੀ ਕਰੋਗੇ? ਅੱਖਾਂ ਹੀ ਨਹੀਂ ਹੋਣਗੀਆਂ ਤਾਂ ਤੁਸੀਂ ਵੀ ਕੀ ਕਰੋਗੇ? ਪਰ ਅੱਖਾਂ ਹਨ। ਅੰਦਰੂਨੀ ਅੱਖ ਕਦੀ ਵੀ ਅੰਨੀ ਨਹੀਂ ਹੁੰਦੀ, ਕਿਉਂਕਿ ਅੰਦਰੂਨੀ ਅੱਖ ਦਾ ਕੇਵਲ ਅਰਥ ਹੁੰਦਾ ਹੈ ਹੋਸ਼ ਦੀ ਸ਼ਮਤਾ। ਉਹ ਤਾਂ ਸਾਰਿਆਂ 'ਚ ਹੈ। ਚੈਤਨਿਆ ਤਾਂ ਸਾਰਿਆਂ 'ਚ ਹੈ। ਉਹੀ ਅੰਦਰੂਨੀ ਅੱਖ ਹੈ, ਪਰ ਤੁਸੀਂ ਬੰਦ ਕਰੀ ਬੈਠੇ ਹੋ। ਨਾ ਕੇਵਲ ਤੁਸੀਂ ਬੰਦ ਕਰੀ ਬੈਠੇ ਹੋ, ਸਗੋਂ ਤੁਸੀਂ ਬਹੁਤ ਸ਼ਰਧਾ ਕਰ ਲਈ ਹੈ ਅੰਨੇਪਣ ਉੱਤੇ। ਮੁੱਲਾ ਨਸਰੂਦੀਨ ਇੱਕ ਦਿਨ ਮੇਰੇ ਕੋਲ ਆਇਆ। ਇੱਕ ਤਾਂ ਐਨਕ ਉਹਨੇ ਲਾਈ ਸੀ, 2 ਹੱਥਾਂ 'ਚ ਫੜੀਆਂ ਸੀ। ਮੈਂ ਪੁੱਛਿਆ, ਮਾਮਲਾ ਕੀ ਹੈ, ਇੰਨੇ ਚਸ਼ਮੇ? ਉਹਨੇ ਕਿਹਾ ਕਿ ਇੱਕ ਨੇੜੇ ਵੇਖਣ ਲਈ, ਇੱਕ ਦੂਰ ਵੇਖਣ ਲਈ, ਤੀਜਾ ਦੋਹਾਂ ਨੂੰ ਲੱਭਣ ਲਈ। ਮੈਂ ਕਿਹਾ, ਤੂੰ ਇੱਕ ਕੰਮ ਕਰ, ਇੱਕ ਐਨਕ ਹੋਰ ਖਰੀਦ, 3 ਘੱਟ ਹੈ। ਉਹਨੇ ਕਿਹਾ, ਚੌਥਾ ਕਿਸ ਲਈ? ਮੈਂ ਕਿਹਾ, ਤੂੰ ਸੋਚ ਕੇ ਆ। ਰਾਤ ਸਾਰੀ ਸੋਚਦਾ ਰਿਹਾ। ਸਵੇਰੇ ਆ ਕੇ ਉਹਨੇ ਕਿਹਾ, ਬਹੁਤ ਸੋਚਿਆ ਪਰ ਕੁਝ ਸਮਝਿਆ ਨਹੀਂ। 3 'ਚ ਗੱਲ ਮੁੱਕ ਜਾਂਦੀ ਹੈ, ਚੌਥੇ ਦੀ ਕੁਝ ਸਮਝ ਨਹੀਂ ਆਉਂਦੀ। ਮੈਂ ਆਖਿਆ, ਅੰਦਰ ਕਿਵੇਂ ਵੇਖੋਗੇ? ਉਹਦਾ ਤਾਂ ਚੇਤਾ ਹੀ ਨਹੀਂ ਆਉਂਦਾ। ਦੂਰ ਦਾ ਇੰਤਜ਼ਾਮ ਕਰ ਲਿਆ, ਦੋਨਾਂ ਐਨਕਾਂ ਨੂੰ ਲੱਭਣ ਦਾ ਵੀ ਇੰਤਜ਼ਾਮ ਕਰ ਲਿਆ, ਸਾਰੇ ਇੰਤਜ਼ਾਮ ਕਰ ਲਏ, ਪਰ ਬਾਹਰ ਦੇ ਅੰਦਰਲਾ ਵੀ ਕੁਝ ਖਿਆਲ ਕਰ। ਹੋਰ ਅੰਦਰ ਹੀ ਜਗ ਰਹੀ ਹੈ ਰੋਸ਼ਨੀ। ਜਦ ਤੱਕ ਤੁਹਾਨੂੰ ਆਪਣੇ ਅੰਦਰ ਦੀ ਰੋਸ਼ਨੀ ਨਾ ਵਿਖਾਈ ਦੇਵੇ, ਤਦ ਤੱਕ ਤੁਹਾਨੂੰ ਕਿਸੇ ਦੀ ਵੀ ਅੰਦਰਲੀ ਰੋਸ਼ਨੀ ਵਿਖਾਈ ਨਹੀਂ ਪਏਗੀ। ਜਦ ਤੱਕ ਤੁਸੀਂ ਆਪਣੇ ਆਪ ਨੂੰ ਦੇਹ ਮੰਨੋਗੇ, ਦੂਜੇ ਵੀ ਤੁਹਾਨੂੰ ਸਰੀਰ ਵਰਗੇ ਹੀ ਦਿਖਾਈ ਪੈਣਗੇ, ਕਿਉਂਕਿ ਦੂਜੇ ਦਾ ਬੋਧ ਤੁਹਾਡੇ ਆਤਮ ਬੋਧ ਤੋਂ ਉੱਪਰ ਨਹੀਂ ਜਾ ਸਕਦਾ। ਜਿਸ ਦਿਨ ਤੁਹਾਨੂੰ ਅੰਦਰ ਦਾ ਜਗਦਾ ਹੋਇਆ ਪ੍ਰਕਾਸ਼ ਵਿਖਾਈ ਦੇਗਾ, ਉਸੇ ਘੜੀ ਤੁਹਾਨੂੰ ਸਾਰੇ ਘਰਾਂ 'ਚ ਦੀਵੇ ਜਗਦੇ ਵਿਖਾਈ ਪੈਣਗੇ। ਅਜਿਹਾ ਹੀ ਨਹੀਂ ਕਿ ਮਨੁੱਖਾਂ 'ਚ, ਪਸ਼ੂਆਂ 'ਚ, ਪੰਛੀਆਂ 'ਚ, ਪੌਦਿਆਂ 'ਚ ਵੀ ਜਗਦੀ ਹੋਈ ਤੁਹਾਨੂੰ ਅੱਗ ਵਿਖਾਈ ਪਏਗੀ। ਸਭ ਰੌਸ਼ਨੀ ਨਾਲ ਬਣੀ ਹੈ। ਰੌਸ਼ਨੀ ਮੂਲ ਆਧਾਰ ਹੈ। ਘਰ ਘਰ ਦੀਪਕ ਬਰੈ, ਲਖੈ ਨੈ ਅੰਧ ਹੈ। ਪਰ ਬਹੁਤ ਅਨੋਖੇ ਅੰਨੇ ਹੋ ਤੁਸੀਂ। ਘਰ ਘਰ ਜੋ ਦੀਵਾ ਜਗ ਰਿਹਾ ਹੈ, ਦੂਜਿਆਂ ਦੇ ਘਰਾਂ 'ਚ ਹੀ ਨਹੀਂ, ਤੁਹਾਡੇ ਘਰ 'ਚ ਵੀ ਜੋ ਦੀਵਾ ਜਗ ਰਿਹਾ, ਉਹ ਵੀ ਤੁਹਾਨੂੰ ਵਿਖਾਈ ਨਹੀਂ ਦਿੰਦਾ। ਇੱਕ ਅਧਿਆਤਮਕ ਅੰਨਾਪਣ ਹੈ। ਤੁਸੀਂ ਅੰਦਰ ਵੇਖਦੇ ਹੀ ਨਹੀਂ। ਤੁਸੀਂ ਅੰਦਰ ਬਾਹਰ ਵੇਖਣ ਦੀ ਕਲਾ ਹੀ ਭੁੱਲ ਗਏ ਹੋ। ਤੁਸੀਂ ਇੰਨੇ ਸਮੇਂ ਤੱਕ ਬਾਹਰ ਵੇਖਦੇ ਰਹੇ ਹੋ ਕਿ ਤੁਹਾਡੀਆਂ ਅੱਖਾਂ ਜੜ ਹੋ ਗਈਆਂ। ਉਹ ਅੰਦਰਲੇ ਪਾਸੇ ਮੁੜਦੀਆਂ ਹੀ ਨਹੀਂ। ਲਕਵਾ ਜਿਵੇਂ ਹੋ ਜਾਂਦਾ ਹੈ, ਪੈਰਾਲਿਸਿਸ ਜਿਵੇਂ ਹੋ ਜਾਂਦਾ ਹੈ। ਜਿਵੇਂ ਇੱਕ ਆਦਮੀ ਬੈਠਾ ਹੀ ਰਹੇ ਵਰ੍ਹਿਆਂ ਤੱਕ, ਪੈਰਾਂ ਨੂੰ ਚਲਾਵੇ ਹੀ ਨਾ, ਤਾਂ ਫਿਰ ਨਹੀਂ ਟੁਰ ਸਕੇਗਾ। ਫਿਰ ਪੈਰ ਜੜ ਹੋ ਜਾਣਗੇ, ਲਕਵਾ ਹੋ ਜਾਏਗਾ। ਇੱਕ ਆਦਮੀ ਅੱਖਾਂ ਨੂੰ ਬੰਦ ਕਰਕੇ ਬੈਠਾ ਰਹੇ ਕਈ ਵਰ੍ਹਿਆਂ ਤੱਕ ਹਨੇਰੇ 'ਚ, ਤਾਂ ਫਿਰ ਅੱਖਾਂ ਰੌਸ਼ਨੀ ਨੂੰ ਵੇਖਣ 'ਚ ਸਮਰੱਥ ਨਹੀਂ ਰਹਿ ਜਾਣਗੀਆਂ, ਕਿਉਂਕਿ ਹਰ ਇੱਕ ਚੀਜ਼ ਚਾਲੂ ਰਹਿਣ 'ਚ ਹੀ ਪੂਰੇ ਤੇਜ਼ ਨਾਲ ਰਹਿੰਦੀ ਹੈ। ਨਾ ਚਾਲੂ ਹੋਣ ਨਾਲ ਸ਼ਕਤੀ ਗੁਆ ਲੈਂਦੀ ਹੈ। ਤੁਹਾਡੇ ਅੰਦਰ ਦੇ ਵੱਲ ਵੇਖਣ ਦੀ ਸ਼ਕਤੀ ਨੂੰ ਜੰਗ ਲੱਗ ਗਈ ਹੈ। ਤੁਸੀਂ ਉਹਦੀ ਵਰਤੋਂ ਹੀ ਨਹੀਂ ਕੀਤੀ, ਇਸ ਲਈ ਤੁਸੀਂ ਅੰਨਿਆਂ ਵਰਗੇ ਮਾਲੂਮ ਹੁੰਦੇ ਹੋ। ਅੰਨੇ ਤੁਸੀਂ ਹੋ ਨਹੀਂ, ਅੰਨੇ ਤੁਸੀਂ ਹੋ ਨਹੀਂ ਸਕਦੇ। ਹੋਰ ਜੇਕਰ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਅੰਨੇ ਹੋ, ਤੇ ਜੇਕਰ ਤੁਸੀਂ ਮੰਨ ਲਿਆ ਕਿ ਤੁਸੀਂ ਅੰਨੇ ਹੋ, ਤਾਂ ਤੁਹਾਡੀ ਮਾਨਤਾ ਹੀ ਤੁਹਾਡੀ ਮੌਤ ਬਣ ਜਾਏਗੀ। ਲੇਕਿਨ ਬਹੁਤ ਮਜ਼ੇ ਦੀ ਗੱਲ ਹੈ, ਲੋਕ ਆਉਂਦੇ ਆ, ਪੁੱਛਦੇ ਆ, ਈਸ਼ਵਰ ਕਿੱਥੇ ਹੈ? ਤੁਸੀਂ ਸਾਨੂੰ ਵਿਖਾ ਦਿਓ। ਉਹ ਇਹ ਨਹੀਂ ਪੁੱਛਦੇ ਕਿ ਹੋ ਸਕਦਾ ਈਸ਼ਵਰ ਤਾਂ ਹੋਵੇ ਤੇ ਸਾਡੇ ਕੋਲ ਵੇਖਣ ਦੀ ਕਲਾ ਨਾ ਹੋਵੇ, ਸਾਨੂੰ ਵੇਖਣ ਦੀ ਕਲਾ ਸਿਖਾ ਦਿਓ। ਉਹ ਇਹ ਨਹੀਂ ਪੁੱਛਦੇ। ਉਹ ਪੁੱਛਦੇ ਈਸ਼ਵਰ ਕਿੱਥੇ ਹੈ, ਜੇਕਰ ਹੈ ਤਾਂ ਵਿਖਾ ਦਿਓ। ਉਹਨਾਂ ਸਾਰਿਆਂ ਨੂੰ ਇਹ ਭਰਮ ਹੈ ਕਿ ਜੇਕਰ ਈਸ਼ਵਰ ਹੋਵੇ ਤਾਂ ਤੁਹਾਨੂੰ ਵਿਖਾਈ ਪੈ ਹੀ ਜਾਏਗਾ। ਤੁਹਾਡੇ ਵੇਖਣ ਦੀ ਹਸਤੀ ਦੀ ਜਿਵੇਂ ਕੋਈ ਲੋੜ ਹੀ ਨਹੀਂ ਹੈ। ਜਿਵੇਂ ਅੰਨਾ ਕਹੇ ਪ੍ਰਕਾਸ਼ ਵਿਖਾ ਦਿਓ, ਕਿਵੇਂ ਵਿਖਾਓਗੇ ਪ੍ਰਕਾਸ਼ ਅੰਨੇ ਨੂੰ? ਬੋਲੇ ਨੂੰ ਕਿਵੇਂ ਸੁਣਵਾਓਗੇ ਸੰਗੀਤ? ਨਾਸ਼ਾ ਪੁੱਟ ਜਿਹਦੇ ਜੜ ਹੋ ਗਏ, ਹੁਣ ਉਹਨੂੰ ਕਿਵੇਂ ਗੰਧ ਦਾ ਬੋਧ ਦਵਾਓਗੇ? ਸਾਰਾ ਜਗਤ ਭਰਿਆ ਹੋਵੇ ਸੁਗੰਧ ਨਾਲ, ਪਰ ਜਿਹਦੇ ਨੱਕ ਨੂੰ ਲਕਵਾ ਮਾਰ ਗਿਆ ਹੋਵੇ, ਤਾਂ ਕੀ ਉਪਾਅ ਹੈ? ਉਹੋ ਜਿਹਾ ਆਦਮੀ ਜੇਕਰ ਜ਼ਿੱਦ ਕਰ ਲਏ ਕਿ ਜਦ ਤੱਕ ਪਰਮਾਤਮਾ ਨਹੀਂ ਦਿਸੇਗਾ ਤਦ ਤੱਕ ਮੈਂ ਮੰਨ ਨਹੀਂ ਸਕਾਂਗਾ, ਤਾਂ ਉਹੋ ਜਿਹਾ ਆਦਮੀ ਸਦਾ ਲਈ ਅੰਨਾ ਰਹਿ ਜਾਏਗਾ, ਕਿਉਂਕਿ ਉਹ ਇਹ ਕਹਿ ਰਿਹਾ ਕਿ ਮੈਂ ਮੰਨੂੰਗਾ ਤਦ ਜਦ ਵਿਖਾਈ ਦੇ ਜਾਏ।
ਇਹੀ ਸ਼ਰਧਾ ਦੇ ਸੂਤਰ ਦਾ ਅਰਥ ਹੈ। ਸ਼ਰਧਾ ਦਾ ਅਰਥ ਹੈ ਜਿਹਨੂੰ ਮੰਨਣ ਲਈ ਤਰਕ ਦੇ ਕੋਲ ਕੋਈ ਕਾਰਨ ਨਾ ਹੋਵੇ, ਜਿਹਨੂੰ ਮੰਨਣਾ ਬਿਲਕੁਲ ਅਸੰਭਵ ਮਾਲੂਮ ਹੋਵੇ, ਜਿਹਨੂੰ ਮੰਨਣਾ ਬਿਲਕੁਲ ਹੀ ਤਰਕ ਤੋਂ ਬਿਨਾਂ ਹੋਵੇ, ਉਹਨੂੰ ਮੰਨ ਲੈਣਾ। ਜਿਹੜਾ ਵਿਖਾਈ ਨਾ ਪੈਂਦਾ ਹੋਵੇ, ਜਿਹਦੀ ਗੰਧ ਆਉਂਦੀ ਹੋਵੇ, ਜਿਹਨੂੰ ਮੰਨਣ ਲਈ ਕੋਈ ਵੀ ਆਧਾਰ ਨਾ ਹੋਵੇ, ਉਹਨੂੰ ਮੰਨ ਲੈਣ ਦਾ ਨਾਂ ਹੈ ਸ਼ਰਧਾ। ਲੇਕਿਨ ਸ਼ਰਧਾ ਬਹੁਤ ਕੀਮਤੀ ਸੂਤਰ ਹੈ, ਉਹ ਅੰਤ ਨਹੀਂ ਹੈ, ਸ਼ੁਰੂਆਤ ਹੈ। ਜਿਹਨੂੰ ਤੁਸੀਂ ਮੰਨ ਲੈਂਦੇ ਹੋ, ਉਹਦੀ ਖੋਜ ਦੀ ਸੰਭਾਵਨਾ ਸ਼ੁਰੂ ਹੋ ਜਾਂਦੀ ਹੈ। ਵਿਗਿਆਨਕ ਹਾਈਪੋਥੀਸਿਸ ਨਿਰਮਤ ਕਰਦੇ ਹੈ। ਸ਼ਰਧਾ ਹਾਈਪੋਥੀਸਿਸ ਦਾ ਮਤਲਬ ਹੁੰਦਾ ਹੈ ਪਹਿਲਾਂ ਵਿਗਿਆਨਕ ਇੱਕ ਸਿਧਾਂਤ ਤੈਅ ਕਰਦਾ ਹੈ, ਕਿਉਂਕਿ ਬਿਨਾਂ ਸਿਧਾਂਤ ਤੈਅ ਕੀਤੇ ਤੁਸੀਂ ਜਾਓਗੇ ਕਿੱਥੇ, ਲੱਭੋਗੇ ਕਿਵੇਂ, ਕੀ ਲੱਭੋਗੇ? ਖੋਜ ਦੀ ਸ਼ੁਰੂਆਤ ਹੀ ਨਹੀਂ ਹੋ ਸਕੇਗੀ। ਉਹ ਸਿਧਾਂਤ ਸਿਰਫ ਪ੍ਰਾਰੰਭ ਹੈ, ਉਹ ਕੋਈ ਅੰਤ ਨਹੀਂ ਹੈ, ਲੇਕਿਨ ਉਸ ਨਾਲ ਦੁਆਰ ਖੁੱਲ੍ਹਦਾ ਹੈ, ਉਸ ਨਾਲ ਸੰਭਾਵਨਾ ਉਸਰਦੀ ਹੈ। ਫਿਰ ਕੋਈ ਆਦਮੀ ਲੱਭਣ ਨਿਕਲਦਾ ਹੈ, ਹੋ ਸਕਦਾ ਉਹ ਮਿਲੇ, ਹੋ ਸਕਦਾ ਨਾ ਮਿਲੇ, ਕਿਉਂਕਿ ਹਨੇਰੇ 'ਚ ਤੁਸੀਂ ਜੋ ਤੈਅ ਕੀਤਾ ਸੀ ਉਹਦੇ ਮਿਲਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਇੱਕ ਗੱਲ ਪੱਕੀ ਹੈ, ਹੋ ਸਕਦਾ ਤੁਸੀਂ ਜੋ ਕੀਤਾ ਸੀ ਉਹ ਨਾ ਮਿਲੇ, ਪਰ ਕੁਝ ਮਿਲੇਗਾ। ਪਰਮਾਤਮਾ ਨੂੰ ਤੁਸੀਂ ਅਜੇ ਜਾਣਦੇ ਨਹੀਂ, ਕੋਈ ਪਛਾਣ ਨਹੀਂ, ਕਦੇ ਵੇਖਿਆ ਨਹੀਂ, ਕਦੇ ਮਿਲਣ ਨਹੀਂ ਹੋਇਆ। ਸ਼ਰਧਾ ਦਾ ਅਜੇ ਤਾਂ ਇੰਨਾ ਹੀ ਅਰਥ ਹੋ ਸਕਦਾ ਹੈ ਕਿ ਤੁਸੀਂ ਇੱਕ ਪਰਿਕਲਪਨਾ ਸਵੀਕਾਰ ਕਰਦੇ ਹੋ ਅਤੇ ਅਸੀਂ ਖੋਜ 'ਚ ਲੱਗਦੇ ਹਾਂ। ਸ਼ਾਇਦ ਜੋ ਪਰਿਕਲਪਨਾ ਹੈ ਉਹ ਜਿਹਾ ਸਿੱਧ ਹੋਵੇ ਨਾ ਹੋਵੇ, ਪਰ ਇੱਕ ਗੱਲ ਪੱਕੀ ਹੈ, ਖੋਜ ਸ਼ੁਰੂ ਹੋ ਜਾਏਗੀ। ਅਤੇ ਜਿਹਦੀ ਖੋਜ ਸ਼ੁਰੂ ਹੋ ਗਈ, ਅੰਤ ਜ਼ਿਆਦਾ ਦੂਰ ਨਹੀਂ ਹੈ। ਇੱਕ ਗੱਲ ਇਹ ਵੀ ਪੱਕੀ ਹੈ ਕਿ ਵੀ ਅਗਿਆਨੀਆਂ ਨੇ ਜਿੰਨੇ ਢੰਗਾਂ ਨਾਲ ਪਰਮਾਤਮਾ ਨੂੰ ਮੰਨਿਆ ਹੈ, ਅੰਤਿਮ ਅਰਥ ਵਿੱਚ ਉਹ ਕੋਈ ਵੀ ਸਹੀ ਸਿੱਧ ਨਹੀਂ ਹੁੰਦੀ। ਉਹ ਸਾਰੀਆਂ ਪਰਿਕਲਪਨਾਵਾਂ ਅਸਿੱਧ ਹੁੰਦੀਆਂ। ਜੋ ਪ੍ਰਗਟ ਹੁੰਦਾ ਹੈ ਉਹ ਸਾਰੀਆਂ ਪਰਿਕਲਪਨਾਵਾਂ ਤੋਂ ਜ਼ਿਆਦਾ ਅਨੂਠਾ ਹੈ। ਜੋ ਪ੍ਰਗਟ ਹੁੰਦਾ ਹੈ ਉਹ ਤੁਹਾਡੀਆਂ ਸਾਰੀਆਂ ਮਾਨਿਅਤਾਵਾਂ ਤੋਂ ਬਹੁਤ ਉੱਪਰ ਹੈ। ਜੋ ਪ੍ਰਗਟ ਹੁੰਦਾ ਹੈ ਉਹ ਮਹਾਸੂਰਜ ਹੈ। ਕਿਸੇ ਦੀ ਪਰਿਕਲਪਨਾ ਪਰਮਾਤਮਾ ਦੇ ਸਬੰਧ ਸਹੀ ਸਿੱਧ ਨਹੀਂ ਹੁੰਦੀ, ਹੋ ਵੀ ਨਹੀਂ ਸਕਦੀ। ਨਿੱਕਾ ਜਿਹਾ ਮਨ ਹੈ, ਨਿੱਕਾ ਜਿਹਾ ਵਿਹੜਾ ਹੈ, ਇੰਨਾ ਵੱਡਾ ਆਕਾਸ਼ ਉਸ ਵਿਹੜੇ 'ਚ ਸਮਾਏਗਾ। ਨਿੱਕੇ ਨਿੱਕੇ ਹੱਥ ਹਨ, ਇਹਨਾਂ ਨਿੱਕੇ ਨਿੱਕੇ ਹੱਥਾਂ ਨਾਲ ਉਸ ਵਿਰਾਟ ਨੂੰ ਛੂਹਣ ਦੀ ਕੋਸ਼ਿਸ਼, ਕਿੰਨਾ ਵਿਰਾਟ ਤੁਸੀਂ ਛੂਹ ਸਕੋਗੇ? ਬੂੰਦ ਵਰਗੀ ਤਾਕਤ ਹੈ। ਸਾਗਰ ਨੂੰ ਲੱਭਣ ਨਿਕਲੇ ਹੋ, ਕਿੰਨਾ ਸਾਗਰ ਤੁਸੀਂ ਆਪਣੇ ਆਪ 'ਚ ਲੈ ਪਾਓਗੇ? ਲੇਕਿਨ ਸ਼ਰਧਾ ਤੋਂ ਬਿਨਾਂ ਯਾਤਰਾ ਸ਼ੁਰੂ ਨਹੀਂ ਹੁੰਦੀ। ਸ਼ਰਧਾ ਦਾ ਕੁੱਲ ਇੰਨਾ ਹੀ ਅਰਥ ਹੈ ਕਿ ਸਾਹਸ ਦੀ ਅਸੀਂ ਤਿਆਰੀ ਕਰਦੇ ਹਾਂ। ਅਸੀਂ ਜਾਣੇ ਹੋਏ ਨਾਲ ਨਹੀਂ ਬੈਠੇ ਰਹਾਂਗੇ, ਅਣਜਾਣੇ 'ਚ ਉਤਰਨ ਲਈ ਸਾਡੀ ਹਿੰਮਤ ਹੈ। ਅਸੀਂ ਡਰੇ ਡਰੇ ਆਪਣੇ ਘਰ 'ਚ ਕੈਦ ਨਹੀਂ ਰਹਾਂਗੇ, ਅਸੀਂ ਖੁੱਲ੍ਹੇ ਆਕਾਸ਼ ਦੇ ਮਹਾਂਅਭਿਆਨ 'ਤੇ ਨਿਕਲਦੇ ਹਾਂ। ਇੱਕ ਗੱਲ ਪੱਕੀ ਹੈ, ਤੁਸੀਂ ਜੋ ਵੀ ਮੰਨ ਕੇ ਨਿਕਲੋਗੇ ਉਹ ਤੁਸੀਂ ਕਦੇ ਨਹੀਂ ਪਾਓਗੇ, ਕਿਉਂਕਿ ਤੁਸੀਂ ਅਜੇ ਜਾਣਦੇ ਨਹੀਂ, ਤਾਂ ਠੀਕ ਮੰਨ ਕਿਵੇਂ ਸਕੋਗੇ? ਪੂਰੀ ਸ਼ਰਧਾ ਤਾਂ ਗਿਆਨ ਤੋਂ ਘਟਿਤ ਹੋਏਗੀ, ਲੇਕਿਨ ਪੂਰੀ ਸ਼ਰਧਾ ਤੋਂ ਪਹਿਲਾਂ ਇੱਕ ਪਰਿਕਲਪਿਤ ਸ਼ਰਧਾ ਹੈ, ਹਾਈਪੋਥੈਟੀਕਲ ਹੈ। ਵਿਗਿਆਨਕ ਵੀ ਉਹਦੇ ਬਗੈਰ ਕੰਮ ਨਹੀਂ ਕਰ ਸਕਦਾ, ਤਾਂ ਧਾਰਮਿਕ ਕਿਵੇਂ ਕਰ ਸਕੇਗਾ? ਸ਼ਰਧਾਵਾਂ ਦੋ ਤਰ੍ਹਾਂ ਦੀਆਂ ਹਨ। ਇੱਕ ਸ਼ਰਧਾ ਹੈ ਹਿੰਮਤ ਦਾ ਨਾਂ, ਜਿਹੜੀ ਅਗਿਆਨ ਤੋਂ ਬਾਹਰ ਲਿਆਉਂਦੀ ਹੈ, ਦਰਵਾਜ਼ਾ ਬਣਦੀ ਹੈ। ਉਹ ਕੋਈ ਉਪਲਬਧੀ ਨਹੀਂ ਹੈ, ਉਹ ਕੇਵਲ ਪ੍ਰਸਥਾਨ ਹੈ, ਸ਼ੁਰੂਆਤ ਹੈ। ਅਤੇ ਦੂਜੀ ਸ਼ਰਧਾ ਜਿਹੜੀ ਗਿਆਨ ਤੋਂ ਬਾਅਦ ਹਿਰਦੇ 'ਚ ਸਥਾਪਿਤ ਹੁੰਦੀ ਹੈ, ਉਹ ਦੂਜੀ ਸ਼ਰਧਾ ਡਿਗਾਈ ਜਾ ਸਕਦੀ ਹੈ। ਪਹਿਲੀ ਸ਼ਰਧਾ ਅਜਿਹੀ ਹੈ ਜਿਵੇਂ ਨਵਾਂ ਨਵਾਂ ਲਾਇਆ ਬੂਟਾ, ਉਹਨੂੰ ਕੋਈ ਵੀ ਬੱਚਾ ਉਖਾੜ ਸਕਦਾ ਹੈ। ਨਵੇਂ ਬੂਟੇ ਦੀ ਤਾਂ ਬਹੁਤ ਸੁਰੱਖਿਆ ਕਰਨੀ ਪੈਂਦੀ ਹੈ, ਚੌਂਈ ਪਾਸੇ ਬਾਗੜ ਲਾਉਣੀ ਪੈਂਦੀ ਹੈ, ਦੇਖਭਾਲ ਕਰਨੀ ਪੈਂਦੀ ਹੈ। ਇੱਕ ਵਾਰੀ ਦਰਖਤ ਦੀਆਂ ਆਪਣੀਆਂ ਜੜ੍ਹਾਂ ਜ਼ਮੀਨ ਨੂੰ ਫੜ ਲੈਣ, ਇੱਕ ਵਾਰੀ ਦਰਖਤ ਧਰਤੀ ਦੇ ਨਾਲ ਇੱਕ ਹੋ ਜਾਏ ਤਾਂ ਫਿਰ ਬਾਗੜ ਦੀ ਕੋਈ ਜ਼ਰੂਰਤ ਨਹੀਂ। ਫਿਰ ਬੱਚੇ ਉਹਨਾਂ ਨੂੰ ਨਹੀਂ ਪੁੱਟ ਸਕਣਗੇ, ਫਿਰ ਕੋਈ ਉਹਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ। ਫਿਰ ਤਾਂ ਦਰਖਤ ਵੱਡਾ ਹੋ ਜਾਏਗਾ, ਫਿਰ ਤਾਂ ਸੈਂਕੜੇ ਲੋਕ ਉਹਦੇ ਹੇਠਾਂ ਬੈਠ ਕੇ ਛਾਂ ਪਾ ਸਕਣਗੇ। ਇਸ ਲਈ ਪ੍ਰਾਥਮਿਕ ਰੂਪ ਨਾਲ ਜਦ ਕੋਈ ਸ਼ਰਧਾ 'ਚ ਉਤਰਦਾ ਹੈ ਤਾਂ ਬਹੁਤ ਸਾਵਧਾਨੀ ਦੀ ਜ਼ਰੂਰਤ ਹੈ, ਕਿਉਂਕਿ ਚੌਂਈ ਪਾਸੇ ਅੰਨ੍ਹਿਆਂ ਦੀ ਭੀੜ ਹੈ। ਉਹ ਤੁਹਾਨੂੰ ਕਹੇਗੀ ਕੀ ਮੰਨ ਰਹੇ ਹੋ, ਕੀ ਕਰ ਰਹੇ ਹੋ, ਪਾਗਲ ਹੋ ਗਏ, ਦਿਮਾਗ ਤਾਂ ਠੀਕ ਹੈ। ਉਹ ਅੰਨ੍ਹਿਆਂ ਦੀ ਭੀੜ ਬੱਚਿਆਂ ਦੇ ਵਾਂਗ ਹੈ, ਉਹ ਤੁਹਾਡੇ ਪੌਦੇ ਨੂੰ ਪੁੱਟ ਵੀ ਸਕਦੀ ਹੈ। ਪ੍ਰਾਥਮਿਕ ਚਰਨ 'ਚ ਸ਼ਰਧਾ ਨੂੰ ਇਸੇ ਤਰ੍ਹਾਂ ਬਚਾਉਣ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਇਸਤਰੀ ਗਰਭਣੀ ਹੁੰਦੀ ਹੈ, ਆਪਣੇ ਗਰਭ ਨੂੰ ਬਚਾਉਂਦੀ ਹੈ, ਸੰਭਾਲ ਕੇ ਤੁਰਦੀ ਹੈ, ਇੱਕ ਇੱਕ ਕਦਮ ਸਾਂਭ ਕੇ ਚੁੱਕਦੀ ਹੈ, ਕਿਤੇ ਡਿੱਗ ਨਾ ਪਵੇ, ਕਿਉਂਕਿ ਹੁਣ ਇੱਕ ਹੀ ਜੀਵਨ ਨਹੀਂ, ਦੋ ਜੀਵਨ ਦਾਅ 'ਤੇ ਲੱਗਿਆ ਏ। ਇਸੇ ਤਰ੍ਹਾਂ ਜਿਸ ਦਿਨ ਤੁਹਾਡੇ ਜੀਵਨ 'ਚ ਸ਼ਰਧਾ ਦਾ ਬੀਜ ਸਥਾਪਿਤ ਹੁੰਦਾ ਹੈ, ਤੁਸੀਂ ਗਰਭ ਨਾਲ ਭਰ ਗਏ, ਹੁਣ ਪਰਮਾਤਮਾ ਨੇ ਤੁਹਾਡੇ ਅੰਦਰ ਪਹਿਲਾ ਰੂਪ ਲਿਆ। ਬੀਜ ਦਰਖਤ ਦੀ ਕੀ ਖਬਰ ਦੇ ਸਕਦਾ ਹੈ?
ਬੀਜ ਤਾਂ ਕੰਕੜ ਪੱਥਰ ਵਰਗਾ ਮਾਲੂਮ ਹੁੰਦਾ ਹੈ। ਇਸ ਨਾਲ ਫੁੱਲਾਂ ਦਾ ਕੀ ਰਿਸ਼ਤਾ ਜੋੜੋਗੇ? ਸੋ ਪਹਿਲੀ ਸ਼ਰਧਾ ਕਦੇ ਵੀ ਅੰਤਿਮ ਸ਼ਰਧਾ ਦੀ ਕੋਈ ਝਲਕ ਨਹੀਂ ਦੇ ਸਕਦੀ, ਲੇਕਿਨ ਪਹਿਲੀ ਸ਼ਰਧਾ ਦੇ ਬਿਨਾਂ ਅੰਤਿਮ ਸ਼ਰਧਾ ਦੇ ਆਉਣ ਦਾ ਕੋਈ ਉਪਾਅ ਨਹੀਂ ਹੈ। ਪਹਿਲੀ ਸ਼ਰਧਾ ਹੀ ਤੁਹਾਡੇ ਜੀਵਨ ਚਿੰਤਨਾ ਦਾ ਢੰਗ ਬਦਲੇਗੀ, ਸ਼ੈਲੀ ਬਦਲੇਗੀ। ਪਹਿਲੀ ਸ਼ਰਧਾ ਦਾ ਅਰਥ ਹੁੰਦਾ, ਹੁਣ ਤੁਸੀਂ ਇਹ ਨਾ ਪੁੱਛੋਗੇ ਕਿ ਪਰਮਾਤਮਾ ਹੈ ਜਾਂ ਨਹੀਂ, ਹੁਣ ਤੁਸੀਂ ਇਹ ਪੁੱਛੋਗੇ ਕਿ ਮੇਰੀ ਅੱਖ ਕਿਵੇਂ ਸੁਧਰ ਜਾਏ ਕਿ ਜੇਕਰ ਹੋਵੇ ਤਾਂ ਉਹਨੂੰ ਮੈਂ ਦੇਖ ਲਵਾਂ, ਤੇ ਜੇਕਰ ਨਾ ਹੋਵੇ ਤਾਂ ਉਹਦੇ ਨਾ ਹੋਣ ਨੂੰ ਵੇਖ ਲਵਾਂ, ਲੇਕਿਨ ਅੱਖ ਮੇਰੀ ਕਿਸੇ ਤਰ੍ਹਾਂ ਸੁਧਰ ਜਾਏ। ਤੁਹਾਡੀ ਸਾਰੀ ਬਿਰਤੀ ਹੁਣ ਪਰਮਾਤਮਾ ਹੈ ਜਾਂ ਨਹੀਂ ਇਸ ਨਾਲ ਸੰਬੰਧਿਤ ਨਹੀਂ ਰਹੀ, ਹੁਣ ਇਸ ਨਾਲ ਸੰਬੰਧਿਤ ਹੋ ਗਈ ਕਿ ਮੇਰੀ ਵੇਖਣ ਦੀ ਸ਼ਕਤੀ ਕਿਸੇ ਤਰ੍ਹਾਂ ਸਾਫ਼ ਹੋ ਜਾਏ। ਹੋਏਗਾ ਤਾਂ ਵੇਖ ਲਾਂਗੇ, ਨਾ ਹੋਏਗਾ ਤਾਂ ਨਾ ਹੋਣਾ ਵੇਖ ਲਵਾਂਗੇ, ਪਰ ਹੁਣ ਬਿਨਾਂ ਵੇਖੇ ਨਹੀਂ ਰਹਾਂਗੇ। ਜਿਸ ਨੇ ਇਹ ਤੈਅ ਕਰ ਲਿਆ ਕਿ ਹੁਣ ਅੰਨੇ ਨਹੀਂ ਰਹਾਂਗੇ, ਹੁਣ ਅੱਖਾਂ ਚਾਹੀਦੀਆਂ, ਬਿਨਾਂ ਵੇਖੇ ਨਹੀਂ ਰਹਾਂਗੇ, ਹੁਣ ਦਰਸ਼ਨ ਚਾਹੀਦਾ, ਉਹ ਪਹਿਲੀ ਸ਼ਰਧਾ ਨੂੰ ਪ੍ਰਾਪਤ ਹੋਇਆ। ਘਰ ਘਰ ਦੀਪਕ ਬਰੈ, ਲਖੈ ਨਹਿ ਅੰਧ ਹੈ, ਲਖਤ ਲਖਤ ਲੱਖ ਪਰੈ, ਕਟੈ ਜਮ ਫੰਦ ਹੈ। ਤੇ ਜਿਹਨੇ ਵੇਖਣ ਦੀ ਕੋਸ਼ਿਸ਼ ਕੀਤੀ, ਲਖਤ ਲਖਤ ਲੱਖ ਪਰੈ, ਅਜਿਹਾ ਵੇਖਦੇ ਵੇਖਦੇ ਇੱਕ ਦਿਨ ਵਿਖਾਈ ਪੈ ਜਾਂਦਾ ਹੈ, ਕਿਉਂਕਿ ਉਹ ਤਾਂ ਮੌਜੂਦ ਹੈ, ਸਿਰਫ ਅੱਖ ਦੀ ਕਮੀ ਹੈ। ਇਹ ਸ਼ਬਦ ਬਹੁਤ ਕੀਮਤੀ ਹਨ। ਲਖਤ ਲਖਤ ਲੱਖ ਪਰੈ, ਅਜਿਹਾ ਵੇਖਦੇ ਹੀ ਰਹੋਗੇ, ਲੱਭਦੇ ਹੀ ਰਹੋਗੇ, ਟਟੋਲਦੇ ਹੀ ਰਹੋਗੇ, ਇਸ ਕੋਨੇ, ਇਸ ਦਿਸ਼ਾ, ਉਸ ਦਿਸ਼ਾ, ਇਸ ਪੱਖ, ਉਸ ਪੱਖ 'ਚ ਰੁਕੋਗੇ ਨਹੀਂ, ਵੇਖਦੇ ਰਹੋਗੇ, ਲੱਭਦੇ ਰਹੋਗੇ, ਤਾਂ ਵੇਖਦੇ ਵੇਖਦੇ ਇੱਕ ਦਿਨ ਅਚਾਨਕ ਅੱਖ ਖੁੱਲ ਜਾਂਦੀ ਹੈ। ਅੱਖ ਤਾਂ ਹੈ, ਸਿਰਫ ਵਰਤੋਂ ਨਾ ਕਰਨ ਦੇ ਕਾਰਨ ਬੰਦ ਪਈ ਹੈ। ਅੰਨੇ ਤੁਸੀਂ ਨਹੀਂ ਹੋ, ਅੰਨੇ ਵੀ ਅੰਨੇ ਨਹੀਂ ਹੈ। ਅੰਨੇ ਨੂੰ ਵੀ ਪਰਮਾਤਮਾ ਵਿਖਾਈ ਪੈ ਸਕਦਾ, ਕਿਉਂਕਿ ਬਾਹਰ ਦੀ ਅੱਖ ਦਾ ਕੋਈ ਸਵਾਲ ਨਹੀਂ ਹੈ, ਅੰਦਰਲੀ ਜੋਤੀ ਦੀ ਗੱਲ ਹੈ। ਲਖਤ ਲਖਤ ਲੱਖ ਪਰੈ, ਕਟੈ ਜਮ ਫੰਦ ਹੈ। ਤੇ ਜਿਵੇਂ ਹੀ ਉਹ ਵਿਖਾਈ ਪੈ ਜਾਂਦਾ, ਉਵੇਂ ਮੌਤ ਦਾ ਫੰਦਾ ਕੱਟ ਜਾਂਦਾ ਹੈ। ਫਿਰ ਮਰਨ ਵਾਲਾ ਕੋਈ ਵੀ ਨਾ ਬਚਿਆ। ਜਿਹਨੇ ਪਰਮਾਤਮਾ ਦੀ ਇੱਕ ਝਲਕ ਵੀ ਪਾ ਲਈ, ਉਸਨੇ ਅੰਮ੍ਰਿਤ ਦੀ ਝਲਕ ਪਾ ਲਈ। ਪਰਮਾਤਮਾ ਯਾਨੀ ਅੰਮ੍ਰਿਤ, ਤੁਸੀਂ ਯਾਨੀ ਮੌਤ। ਤੁਸੀਂ ਜਦ ਤੱਕ ਸਮਝਦੇ ਹੋ ਕਿ ਤੁਸੀਂ ਹੀ ਹੋ, ਪਰਮਾਤਮਾ ਨਹੀਂ, ਤਦ ਤੱਕ ਮੌਤ ਦੇ ਫੰਦੇ 'ਚ ਹੋ। ਤੇ ਜਿਸ ਦਿਨ ਤੁਸੀਂ ਪਾਇਆ ਕਿ ਮੈਂ ਨਹੀਂ ਹਾਂ, ਪਰਮਾਤਮਾ ਹੈ, ਉਸੇ ਘੜੀ ਕਟੈ ਜਮ ਫੰਦ ਹੈ। ਧੰਨਵਾਦ।